ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਅੱਜ ਦਾ ਪ੍ਰੋਗਰਾਮ ਐਡਮਿੰਟਡ ਡਾਇਰੀ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਲ ਦਾ ਐਂਡ ਹੋਣ ਜਾ ਰਿਹਾ ਹੈ ਔਰ ਇਨਕਮ ਟੈਕਸ ਨੂੰ ਲੈ ਕੇ ਸਾਡੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਔਰ ਸਵਾਲ ਹੋਣਗੇ। ਸੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਅਸੀਂ ਐਡਮਿੰਟਨ ਸ਼ਹਿਰ ਦੀ ਨਾਮਵਰ ਟੈਕਸੇਸ਼ਨ ਐਂਡ ਅਕਾਊਂਟਿੰਗ ਕੰਪਨੀ ਈਕੇ ਤ੍ਰਿਹਨ ਦੇ ਮੈਨੇਜਿੰਗ ਡਾਇਰੈਕਟਰ ਮਮਤਾ ਤ੍ਰਿਹਨ ਜੀ ਨੂੰ ਸੱਦਾ ਦਿੱਤਾ ਹੈ ਜੀ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮਮਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। Hello Manjeet ji, thank you so much once again. Thanks to everybody supporting me with the last video too, and hello to everybody. Today we are here for one another useful information. Definitely. ਮਮਤਾ ਜੀ, ਗੱਲਬਾਤ ਸ਼ੁਰੂ ਇਸ ਤਰੀਕੇ ਨਾਲ ਕਰਦੇ ਹਾਂ ਆਪਾਂ ਕਿ ਜਿਹੜਾ ਸਾਲ 2020 ਆ, ਹਾਂਜੀ, ਇਹ 2019 ਨਾਲੋਂ ਕਾਫੀ ਡਿਫਰੈਂਟ ਆ। ਬਿਲਕੁਲ ਡਿਫਰੈਂਟ, ਕਿਉਂਕਿ ਕੋਵਿਡ ਆਇਆ, ਇਹ ਅਨਐਕਸਪੈਕਟਡ ਸੀਗਾ, ਸਰਕਾਰਾਂ ਵੀ ਤਿਆਰ ਨਹੀਂ ਸੀਗੀਆਂ, ਹਾਂਜੀ, ਔਰ ਨੈਚੁਰਲੀ ਇਹਦਾ ਪ੍ਰਭਾਵ ਸਾਡੀਆਂ ਨੌਕਰੀਆਂ ਵੀ ਗਈਆਂ, ਜਿਹੜੇ ਕੰਮਕਾਰ ਸੀ ਬਿਜ਼ਨਸ ਦੇ ਉਹਨਾਂ ਦੇ ਵੀ ਲਾਸ ਹੋਏ, ਹਾਂਜੀ, ਤੇ ਸਰਕਾਰਾਂ ਨੇ ਕੋਸ਼ਿਸ਼ ਕੀਤੀ ਵੀ ਹਰੇਕ ਤਰੀਕੇ ਨਾਲ ਇੰਡੀਵਿਜੂਅਲਸ ਦੀ ਵੀ ਔਰ ਬਿਜ਼ਨਸਿਸ ਦੀ ਵੀ ਫਾਈਨੈਂਸ਼ੀਅਲੀ ਹੈਲਪ ਕੀਤੀ ਜਾਵੇ। ਬਿਲਕੁਲ, ਗਵਰਨਮੈਂਟ ਨੇ ਪੂਰਾ ਰੋਲ, ਲਾਈਕ ਇਟਸ ਵੈਰੀ ਗੁੱਡ ਸਪੋਰਟ। ਮੈਨੂੰ ਨਹੀਂ ਲੱਗਦਾ ਪੂਰੇ ਵਰਲਡ 'ਚ ਸ਼ਾਇਦ ਕਿਸੇ ਗਵਰਨਮੈਂਟ ਨੇ ਇੰਨੀ ਸਪੋਰਟ ਕੀਤੀ ਹੋਵੇ ਜਿੰਨੀ ਕੈਨੇਡੀਅਨ ਗਵਰਨਮੈਂਟ ਨੇ ਆਪਣੇ ਫॉर देयर ਪੀਪਲ। ਹਾਂਜੀ, ਰਾਈਟ। So and from day one and we should be very thankful, definitely. ਔਰ ਇਸ ਦੇ ਚਲਦਿਆਂ ਆਪਾਂ ਦੇਖਿਆ ਹੋਣਾ ਵੀ ਮਾਰਚ ਦੇ ਮਹੀਨੇ ਤੋਂ ਫਸਟ ਲਾਕਡਾਊਨ ਲੱਗਿਆ, ਹਾਂਜੀ, ਫਿਰ ਹੁਣ ਸੈਕੰਡ ਲਾਕਡਾਊਨ ਵੀ ਚੱਲ ਰਿਹਾ ਇਸ ਵੇਲੇ ਅਲਬਰਟਾ ਦੇ ਵਿੱਚ, ਖਾਸ ਕਰਕੇ ਜੇ ਗੱਲ ਕਰੀਏ ਤੇ। ਬਿਲਕੁਲ। ਤੇ ਟੈਕਸੇਸ਼ਨ ਨਾਲ ਰਿਲੇਟਡ ਜੀ ਕਾਫੀ ਲੋਕਾਂ ਨੂੰ ਕਨਫਿਊਜ਼ਨਸ ਨੇ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਕਿ ਉਹਨਾਂ ਦੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਦਈਏ। ਆਈ ਐਮ ਸੋ ਹੈਪੀ ਟੂ ਆਨਸਰ ਯੂਰ ਕੁਐਸਚਨਸ। ਸੋ ਇਸ ਵਾਰ ਮੈਨੂੰ ਵੀ ਬਹੁਤ ਜਨਰਲ ਕੁਐਰੀਜ਼ ਹੋ ਰਹੀਆਂ, ਈਮੇਲਸ ਆ ਰਹੀਆਂ ਆ ਡੈਫੀਨਿਟਲੀ ਕਿ देयर आर ਸੋ ਮੈਨੀ ਥਿੰਗਸ, ਬਹੁਤ ਸਾਰੇ ਕੰਸਰਨ ਹੈਗੇ ਆ। ਸੋ ਯਾ ਵੀ ਕੈਨ ਸਟਾਰਟ। ਓਕੇ ਜੀ। ਤੇ ਗੱਲਬਾਤ ਜਿਹੜੀ ਸ਼ੁਰੂਆਤ ਆ ਜੀ ਉਹ ਇਸ ਤਰੀਕੇ ਨਾਲ ਕਰਾਂਗੇ ਆਪਾਂ ਕਿ ਡਿਡਕਸ਼ਨਸ ਤੇ ਇੱਕ ਹੋਰ ਟਰਮ ਹੁੰਦੀ ਆ ਟੈਕਸ ਕ੍ਰੈਡਿਟਸ। ਟੈਕਸ ਕ੍ਰੈਡਿਟ, ਇਹਨਾਂ ਦੋਨਾਂ ਵਿੱਚ ਬੇਸਿਕਲੀ ਡਿਫਰੈਂਸ ਕੀ ਆ? ਹਾਂਜੀ, ਇਟਸ ਵੈਰੀ ਗੁੱਡ ਕੁਐਸਚਨ। ਹਾਂਜੀ। ਸੋ ਬਿਕੋਜ਼ ਇਨ ਕੈਨੇਡਾ ਹਰ ਫੈਮਿਲੀ ਨੂੰ ਟੈਕਸ ਰਿਟਰਨ, ਹਸਬੈਂਡ ਵਾਈਫ ਹਰ ਫੈਮਿਲੀ ਨੂੰ ਟੈਕਸ ਰਿਟਰਨ ਫਾਈਲ ਕਰਨੀ ਪੈਂਦੀ ਹੈ। ਬਿਲਕੁਲ। ਬਹੁਤ ਸਾਰੇ ਲੋਕਾਂ ਨੂੰ ਇਹ ਬੇਸਿਕ ਟਰਮ ਕਲੀਅਰ ਨਹੀਂ ਹੈਗੀ। So that's very good question. ਹਾਂਜੀ। And ਇਸ ਕੁਐਸਚਨ ਦੇ ਨਾਲ I think ਬਾਕੀ ਦੇ ਕੁਐਸਚਨਸ ਈਜ਼ੀ ਹੋ ਜਾਣਗੇ ਅੰਡਰਸਟੈਂਡ ਕਰਨੇ। ਬਿਲਕੁਲ। So deduction is basically it reduce our income part. ਅੱਛਾ ਜੀ। Taxable income part. So if I add an example, suppose ਮੇਰੀ ਇਨਕਮ 100,000 ਹੈਗੀ, ਠੀਕ ਹੈ, ਮੈਂ ਡੇ ਕੇਅਰ ਐਕਸਪੈਂਸ ਕਰਤਾ, ਮੈਂ RRSP 'ਚ ਕੰਟਰੀਬਿਊਸ਼ਨ ਕਰ ਦਿੱਤੀ, ਮੈਂ ਇਨਵੈਸਟਮੈਂਟਸ ਕੀਤੀਆਂ, ਉਹਦੇ TFS ਵਿੱਚ ਪਾ ਲਿਆ। TFS ਇਜ਼ ਨੋਟ ਪਾਰਟ ਆਫ ਕੈਨੇਡੀਅਨ ਟੈਕਸਸ ਐਕਚੁਅਲੀ। ਠੀਕ ਹੈ ਜੀ। ਸੋ RRSP ਇਜ਼ ਅ ਗੁੱਡ ਐਗਜ਼ਾਮਪਲ। RRSP ਐਂਡ ਡੇ ਕੇਅਰ, ਅਸੀਂ ਜਸਟ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ। ਮੈਂ ਸਪੋਜ਼ 20,000 RRSP 'ਚ ਕੰਟਰੀਬਿਊਟ ਕਰਤਾ, ਠੀਕ ਹੈ ਜੀ, 10,000 ਮੈਂ ਡੇ ਕੇਅਰ 'ਚ ਦੇਤਾ, ਤੇ ਮੇਰੀ ਟੈਕਸੇਬਲ ਇਨਕਮ 70,000 ਹੋ ਜਾਏਗੀ। ਸੋ ਕਹਿਣ ਦਾ ਮਤਲਬ ਵੀ 70,000 ਦੇ ਉੱਪਰ ਤੁਹਾਨੂੰ ਟੈਕਸ ਲੱਗੇਗਾ। ਠੀਕ ਹੈ। So tax credit means I give you one example. So first time home buyer is a credit. ठीक है जी. Government is giving 5,000 credit. So अब ਅਸੀਂ calculate करना ਹੁਣ 5,000 ਦਾ 15%. ठीक है जी. So that becomes 750. So ਉਹ $750 ਸਾਡੇ tax amount ਜਿਹੜਾ pay ਕਰਨਾ ਉਹਦੇ ਚੋਂ minus ਹੋਣਗੇ। ਠੀਕ ਹੈ ਜੀ. So credits directly affected to tax amount. ਅੱਛਾ ਜੀ. And deduction directly affected to our taxable income. Taxable income. ਬਿਲਕੁਲ। ਇਹ ਬਹੁਤ ਵਧੀਆ ਤੁਸੀਂ ਕਲੀਅਰ ਕਰ ਦਿੱਤਾ ਜੀ, ਕਿਉਂਕਿ ਮੈਨੂੰ ਲੱਗਦਾ ਜਿਹੜੇ ਬਾਕੀ ਸਵਾਲ ਨੇ ਉਹ ਆਸਾਨ ਹੋ ਜਾਣਗੇ ਇਹਨਾਂ ਦੇ ਨਾਲ। ਹਾਂਜੀ, ਬਿਲਕੁਲ, ਕਿਉਂਕਿ ਸਾਰਾ ਟੈਕਸੇਸ਼ਨ ਬੇਸਡ ਹੀ ਇਸ ਤੇ ਹੈਗਾ, ਔਰ ਕਾਮਨ ਪਰਸਨ ਸਮ ਟਾਈਮ ਡੋਨਟ ਅੰਡਰਸਟੈਂਡ ਹਾਊ ਡਸ ਇਟ ਵਰਕ। ਡੈਫੀਨਿਟਲੀ। ਸੋ ਜੇ ਬੇਸਿਕ ਕਨਸੈਪਟ ਕਲੀਅਰ ਹੈ ਤਾਂ ਇਟਸ ਈਜ਼ੀ ਟੂ ਅੰਡਰਸਟੈਂਡ। ਤੇ ਹੁਣ ਮੇਰਾ ਜਿਹੜਾ ਪਹਿਲਾ ਸਵਾਲ ਹੈ ਜੀ, ਕਿਉਂਕਿ ਸਾਨੂੰ ਵੀ ਸੋਸ਼ਲ ਮੀਡੀਆ ਦੇ ਥਰੂ ਕਾਫੀ ਕੁਐਸਚਨ ਆਏ ਨੇ। ਹਾਂਜੀ। ਕਿ ਫੋਰ ਐਗਜ਼ਾਮਪਲ ਕਿਸੇ ਫੈਮਿਲੀ ਦੇ ਵਿੱਚ ਬੱਚੇ ਨੇ, ਹਾਂਜੀ, ਉਹਨਾਂ ਦੀ ਉਮਰ 18 ਸਾਲ ਤੋਂ ਉੱਪਰ ਹੋ ਚੁੱਕੀ ਹੈ, ਹਾਂਜੀ, ਪਰ ਕਿਉਂਕਿ ਅਜੇ ਉਹ ਸਟੂਡੈਂਟ ਨੇ, ਅਜੇ ਕੋਈ ਅਰਨਿੰਗ ਨਹੀਂ ਕਰ ਰਹੇ, ਹਾਂਜੀ,
ਤੇ ਕੀ ਤੁਸੀਂ ਉਹਨਾਂ ਨੂੰ ਸੁਜੈਸਟ ਕਰੋਗੇ ਜਾਂ ਰਿਕਮੈਂਡ ਕਰੋਗੇ ਵੀ ਦੇ ਸ਼ੁੱਡ ਫਾਈਲ ਦੀ ਇਨਕਮ ਟੈਕਸ ਰਿਟਰਨ? ਮਨਜੀਤ ਜੀ ਬਹੁਤ ਵਧੀਆ ਕੁਐਸਚਨ ਹੈ ਇਹ। ਸਮ ਟਾਈਮ ਅਸੀਂ ਸੋਚਦੇ ਹਾਂ ਕਿ ਇਹ ਤਾਂ ਛੋਟਾ ਹੀ ਆ ਹਾਲੇ, ਬਿਲਕੁਲ, ਇਹਦੇ ਟੈਕਸ ਸਪੈਸ਼ਲੀ ਫॉर आवर ਇੰਡੀਅਨ ਫੈਮਿਲੀਜ਼। ਯੈਸ, ਸੋ ਆਈ ਵਿਲ ਸੇ ਦੇ ਮਸਟ ਫਾਈਲ देयर ਟੈਕਸ ਰਿਟਰਨ। ਉਹਦਾ ਰੀਜ਼ਨ ਕੀ ਹੈ ਕਿ ਚਾਹੇ ਨਹੀਂ ਵੀ ਇਨਕਮ ਹੈ ਪਰ ਕੈਨੇਡੀਅਨ ਗਵਰਨਮੈਂਟ ਇਟਸ ਵੈਰੀ ਗੁੱਡ। ਹਾਂਜੀ, ਦੇ ਸਟਾਰਟ GST ਕ੍ਰੈਡਿਟ ਫਰੋਮ ਦਾ ਏਜ ਆਫ 19। ਅੱਛਾ ਜੀ, ਅਗਰ ਤੁਸੀਂ ਉਹ ਟੈਕਸ ਰਿਟਰਨ ਨਹੀਂ ਫਾਈਲ ਕਰਦੇ ਯੂ ਵਿਲ ਨਾਟ ਗੈਟ ਐਨੀ ਕ੍ਰੈਡਿਟ। ਠੀਕ ਹੈ ਜੀ। ਪਰ ਜੇ ਬੱਚੇ ਦੀ ਏਜ ਸਪੋਜ਼ ਹੁਣ 2020 ਚ ਟਰਨਿੰਗ 19 ਤੇ ਉਹਨੂੰ GST ਸ਼ੁਰੂ ਹੋ ਜਾਏਗੀ ਫਿਰ। ਠੀਕ ਹੈ ਜੀ। ਪਰ ਉਹ GST ਕ੍ਰੈਡਿਟ ਤਾਂ ਹੀ ਮਿਲੇਗਾ ਜੇ ਟੈਕਸ ਰਿਟਰਨ ਫਾਈਲ ਕੀਤੀ ਹੋਏਗੀ। ਬਿਲਕੁਲ। ਸੋ ਵਿਦ 2020 ਟੈਕਸ ਰਿਟਰਨ ਦੇ ਹੈਵ ਟੂ ਫਾਈਲ 2019 ਟੂ। ਸੋ ਕਰ ਦੇਣੀ ਚਾਹੀਦੀ ਹੈ, ਕਰ ਦੇਣੀ ਚਾਹੀਦੀ, 100% ਕਰਨੀ ਚਾਹੀਦੀ ਹੈ। ਤੇ ਅਗਲਾ ਸਵਾਲ ਜਿਹੜਾ ਵਾ ਜੀ, ਹਾਂਜੀ, ਉਹ ਸੰਬੰਧਿਤ ਹੈਗਾ ਡੋਨੇਸ਼ਨਸ ਨੂੰ ਲੈ ਕੇ ਕਿ ਅਕਸਰ ਖਾਸ ਕਰਕੇ ਆਪਣੀਆਂ ਜਿਹੜੀਆਂ ਫੈਮਿਲੀਜ਼ ਨੇ ਉਹ ਆਪਣੇ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਿਰਾਂ ਦੇ ਵਿੱਚ ਜਾਂ ਹੋਰ ਜਿਹੜੀਆਂ ਚੈਰੀਟੇਬਲ ਟਰਸਟ ਵਗੈਰਾ ਨੇ ਉਹਨਾਂ ਨੂੰ ਡੋਨੇਸ਼ਨ ਦਿੰਦੀਆਂ ਨੇ। ਹਾਂਜੀ। ਪਰ ਅਗਰ ਬਾਈ ਚਾਂਸ ਮੈਂ ਪਿਛਲੇ 1 ਜਾਂ 2 ਸਾਲਾਂ ਦੇ ਵਿੱਚ ਡੋਨੇਸ਼ਨਸ ਦਿੱਤੀਆਂ ਨੇ ਪਰ ਮੈਂ ਕਲੇਮ ਨਹੀਂ ਕਰ ਸਕਿਆ, ਹਾਂਜੀ, ਉਹਨਾਂ ਨੂੰ ਕਲੇਮ ਕਰਨ ਦਾ ਕੋਈ ਜ਼ਰੀਆ ਹੈਗਾ ਜੀ? ਬਿਲਕੁਲ ਹੈਗਾ। ਤੁਸੀਂ ਅੱਜ ਬਹੁਤ ਅੱਛੇ ਟੌਪਿਕਸ ਲੈ ਕੇ ਆਏ ਹੈਗੇ। ਠੀਕ ਹੈ ਜੀ। ਸੋ ਡੋਨੇਸ਼ਨ ਹੀ ਇੱਕ ਇਸ ਤਰ੍ਹਾਂ ਦਾ ਕ੍ਰੈਡਿਟ ਹੈਗਾ। ਹਾਂਜੀ। ਜ਼ਿਆਦਾਤਰ ਐਕਸਪੈਂਸ ਵੀ ਹੈਵ ਟੂ ਕਲੇਮ ਸੇਮ ਈਅਰ, ਜ਼ਿਆਦਾਤਰ, ਬਟ ਦੇयर ਆਰ ਸਰਟਨ ਥਿੰਗਸ। ਹਾਂਜੀ। ਜਿਸ ਤਰ੍ਹਾਂ ਮੈਡੀਕਲ ਐਕਸਪੈਂਸ ਹੈ ਉਹ ਸਾਨੂੰ ਉਸੇ ਸਾਲ 'ਚ ਹੀ ਕਵਰ ਕਰਨਾ ਪੈਂਦਾ ਹੈ। ਅੱਛਾ ਜੀ। ਪਰ ਡੋਨੇਸ਼ਨ ਇਜ਼ ਵੀ ਕੈਨ ਕੈਰੀ ਫੋਰਵਰਡ ਲਾਸਟ 5 years। ਅੱਛਾ ਜੀ। ਸੋ ਸਪੋਜ਼ ਮੈਂ 3 ਸਾਲ ਪਹਿਲਾਂ ਡੋਨੇਸ਼ਨਸ ਮਿਸ ਕਰਤੀਆਂ, ਸੋ ਵੀ ਕੈਨ ਬ੍ਰਿੰਗ ਇਨ 2022। ਠੀਕ ਹੈ ਜੀ। ਸੋ ਉਹਦਾ ਕ੍ਰੈਡਿਟ ਲਿਆ ਜਾ ਸਕਦਾ। ਸੋ 5 ਸਾਲ ਪੁਰਾਣੀਆਂ ਡੋਨੇਸ਼ਨਸ ਤੱਕ ਵੀ ਤੁਸੀਂ ਕਲੇਮ ਕਰ ਸਕਦੇ ਹੋ ਇਨ ਵਨ ਗੋ। ਸੋ ਇਫ ਬਾਈ ਚਾਂਸ ਜੇ ਮਿਸ ਹੋ ਗਈ ਆ, ਬਟ ਦੈਟ ਸ਼ੁੱਡ ਬੀ ਰੈਲੇਵੈਂਟ ਰਿਸੀਟ। ਠੀਕ ਹੈ ਜੀ। ਦੈਟ ਸ਼ੁੱਡ ਬੀ ਵਿਦ RR ਨੰਬਰ, ਚੈਰਿਟੀ ਨੰਬਰ। ਠੀਕ ਹੈ ਜੀ। ਤੇ देयर इज नो प्रॉब्लम। ਇਸੇ ਤਰ੍ਹਾਂ ਦਾ ਇੱਕ ਹੋਰ ਸਵਾਲ ਹੈ ਜੀ। ਹਾਂਜੀ। ਕਿ ਅਗਰ ਕਿਸੇ ਫੈਮਿਲੀ ਨੇ ਕੋਈ ਮੈਡੀਕਲ ਐਕਸਪੈਂਸਿਸ ਕੀਤੇ ਹੋਏ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਔਰ ਉਹ ਕਲੇਮ ਨਹੀਂ ਕਰ ਪਾਇਆ ਕਿਸੇ ਕਾਰਨ, ਕਈ ਵਾਰ ਹੋ ਸਕਦਾ ਜਾਣਕਾਰੀ ਦੀ ਕਮੀ ਹੋਵੇ, ਹਾਂਜੀ, ਕੀ ਇਹ ਪੋਸੀਬਲ ਹੈਗਾ ਕਿ ਉਹ ਨਵੇਂ ਟੈਕਸੇਸ਼ਨ ਈਅਰ ਦੇ ਵਿੱਚ ਕਲੇਮ ਕੀਤੇ ਜਾ ਸਕਦੇ ਨੇ? ਮੈਡੀਕਲ ਐਕਸਪੈਂਸ ਜਿਹੜਾ ਹੈ ਦੈਟ ਬਿਲੋਂਗਸ ਟੂ 12 ਮੰਥ ਪੀਰੀਅਡ। ਅੱਛਾ ਜੀ। ਚਾਹੇ ਤੁਸੀਂ ਹੁਣ ਜੇ ਅਸੀਂ 2020 ਟੈਕਸਿਸ ਦੀ ਗੱਲ ਕਰੀਏ, ਚਾਹੇ ਤੁਸੀਂ ਜਨ ਟੂ ਦਸੰਬਰ ਲੈ ਲਓ 2020, ਚਾਹੇ ਤੁਸੀਂ ਉਹਨੂੰ ਨਵੰਬਰ ਤੋਂ ਸਟਾਰਟ ਕਰ ਲਓ 2019 ਟੂ ਅਕਤੂਬਰ 2020। ਠੀਕ ਹੈ ਜੀ। ਮੈਡੀਕਲ ਐਕਸਪੈਂਸ ਬੈਕ ਨਹੀਂ ਜਾ ਸਕਦੇ। ਅੱਛਾ ਜੀ। ਜੇ ਤੁਸੀਂ ਬੈਕ ਕਰਨਾ ਹੈ, ਜੇ ਤੁਸੀਂ ਮਿਸ ਕਰ ਗਏ ਆ, ਜ਼ਿਆਦਾ ਹੈਗੇ ਮੈਡੀਕਲ ਐਕਸਪੈਂਸਿਸ, ਅਮੈਂਡਮੈਂਟਸ ਆਰ ਆਲਵੇਜ਼ देयर। ਠੀਕ ਹੈ ਜੀ। ਅਸੀਂ ਆਪਣੀ ਟੈਕਸ ਰਿਟਰਨ ਅਮੈਂਡ ਕਰ ਸਕਦੇ ਹਾਂ। ਤੁਸੀਂ ਪਿਛਲੇ 10 ਸਾਲ ਤੱਕ ਤੁਸੀਂ ਟੈਕਸ ਰਿਟਰਨ ਅਮੈਂਡ ਕਰ ਸਕਦੇ ਆ। ਠੀਕ ਹੈ ਜੀ। ਕੋਈ ਵੀ ਐਕਸਪੈਂਸ, ਇਟਸ ਨਾਟ ਓਨਲੀ ਮੈਡੀਕਲ, ਕੋਈ ਵੀ ਐਕਸਪੈਂਸ ਅਗਰ ਤੁਸੀਂ ਮਿਸ ਕਰ ਗਏ ਆ ਤੁਸੀਂ 10 ਸਾਲ ਬੈਕ ਜਾ ਸਕਦੇ ਆ, ਬਟ ਇਟ ਸ਼ੁੱਡ ਬੀ ਕਲੇਮ ਇਨ ਦ ਸੇਮ ਈਅਰ। ਠੀਕ ਹੈ। ਸੋ ਸਪੋਜ਼ ਤੁਸੀਂ 2017 ਦੇ ਕੋਈ ਮੈਡੀਕਲ ਐਕਸਪੈਂਸ ਜਾਂ ਤੁਸੀਂ 2017 ਦੇ ਡੇ ਕੇਅਰ ਐਕਸਪੈਂਸ ਮਿਸ ਕਰ ਗਏ ਕਲੇਮ ਕਰਨਾ, then we have to send the amendment for 2017। ਠੀਕ ਹੈ ਜੀ। ਇਹਦੇ ਨਾਲ ਮੈਂ ਇੱਕ ਗੱਲ ਹੋਰ ਐਡ ਕਰੂੰ, ਬਹੁਤ ਸਾਰੀਆਂ ਫੈਮਲੀਜ਼ ਬੈਕ ਹੋਮ ਜਾਂਦੀਆਂ ਫਰਟੀਲਿਟੀ ਟ੍ਰੀਟਮੈਂਟ ਕਰਨ ਵਾਸਤੇ। ਹਾਂਜੀ। ਸੋ ਉਹ ਮੈਡੀਕਲ ਐਕਸਪੈਂਸ ਵੀ ਕੈਨੇਡਾ ਚੋਂ ਕਲੇਮ ਕਰ ਸਕਦੇ ਆ ਵਿਦ ਰਿਸੀਟਸ। ਠੀਕ ਹੈ ਜੀ। ਸੋ ਜਸਟ ਐਕਸਪੈਂਸਸ ਕੇ ਟਿਕਟਸ ਵਗੈरह ਵੀ ਕਰ ਸਕਦੇ? ਟਿਕਟ ਵੀ ਆਫ ਕੋਰਸ, ਬਿਕੋਜ਼ ਇਟਸ ਅ ਪਾਰਟ ਆਫ, but only for the patient, only for the patient, not for the accompanying people। ਕਿ ਨਾਲ ਕੋਈ ਜਾ ਰਿਹਾ ਜਾਂ ਹੋਰ, ਬਟ ਜੇ ਉਹ ਫਰਟੀਲਿਟੀ ਮਿਸ ਕਰ ਗਏ 17 ਚ ਜਾਂ 18 ਚ ਕਲੇਮ ਕਰਨਾ, they have to send the amendment for 2017 or 18 ਉਸੇ ਵਰੇ ਦੇ ਵਿੱਚ, ਉਸੇ ਸਾਲ ਦੇ ਵਿੱਚ। ਔਰ ਉਹਦੇ ਕ੍ਰੈਡਿਟ ਜਿਹੜੇ ਨੇ ਤੁਹਾਨੂੰ ਹੁਣ ਮਿਲ ਸਕਦੇ ਨੇ? ਉਹ ਕ੍ਰੈਡਿਟ ਉਸੇ ਸਾਲ ਚ ਮਿਲਣਗੇ। ਅੱਛਾ ਜੀ। ਉਹ ਕ੍ਰੈਡਿਟ, ਉਹ ਰਿਫੰਡ ਤੁਹਾਨੂੰ ਉਸੇ ਸਾਲ ਚ ਵਾਪਸ ਆਏਗਾ। ਠੀਕ ਹੈ, ਠੀਕ ਹੈ। ਸੋ ਇਹ ਮੈਡੀਕਲ ਐਕਸਪੈਂਸ ਕੈਰੀ ਫੋਰਵਰਡ ਨਹੀਂ ਹੁੰਦਾ। ਮਮਤਾ ਜੀ, ਸਵਾਲ ਹੋਰ ਵੀ ਬਹੁਤ ਨੇ ਟੈਕਸੇਸ਼ਨ ਨੂੰ ਲੈ ਕੇ, ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੁਐਸਚਨਾਂ ਦੀ ਝੜੀ ਲਾ ਦਿੱਤੀ ਸੀ ਜਦੋਂ ਪਤਾ ਲੱਗਾ ਵੀ ਸਾਡੇ ਟੈਕਸੇਸ਼ਨ ਐਕਸਪਰਟ ਆ ਰਹੇ ਨੇ। ਇੱਥੇ ਅਸੀਂ ਇੱਕ ਬ੍ਰੇਕ ਲਈ ਰੁਕਦੇ ਹਾਂ ਔਰ ਬ੍ਰੇਕ ਤੋਂ ਬਾਅਦ ਇਹ ਜਿਹੜੇ ਸਵਾਲ ਜਵਾਬ ਨੇ ਇਹਨਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ ਜੀ। ਸ਼ੋਰ। ਤੇ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ, ਤੇ ਇੱਕ ਬ੍ਰੇਕ ਲਈ ਰੁਕਦੇ ਹਾਂ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਮਮਤਾ ਤ੍ਰਿਹਨ ਜੀ ਦੇ ਨਾਲ, ਜਿਹੜੇ ਕਿ EK ਤ੍ਰਿਹਨ ਐਂਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ। ਮਮਤਾ ਜੀ, ਕਾਫੀ ਕੁਐਸਚਨਸ ਤੁਸੀਂ ਕਲੀਅਰ ਕਰ ਚੁੱਕੇ ਜੇ ਆਲਰੇਡੀ ਟੈਕਸੇਸ਼ਨ ਨਾਲ ਸੰਬੰਧਿਤ। ਕੁਝ ਹੋਰ ਕੁਐਸਚਨ ਨੇ ਮੇਰੀ ਲਿਸਟ ਦੇ ਵਿੱਚ। ਸ਼ੁਰੂਆਤ ਕਰਦੇ ਇੱਕ ਬੜਾ ਅਹਿਮ ਸਵਾਲ ਆ। ਹਾਂਜੀ। ਔਰ ਲੋਕ ਚਿੰਤਿਤ ਨੇ ਉਸ ਸਵਾਲ ਨੂੰ ਲੈ ਕੇ
ਕੁਝ ਲੋਕਾਂ ਨੂੰ CRA ਵੱਲੋਂ ਲੈਟਰਸ ਆਈਆਂ ਨੇ ਜੀ, ਉਹ ਲੈਟਰਸ ਐਗਜ਼ੈਕਟਲੀ ਹੈ ਕੀ ਨੇ ਔਰ ਉਹਦੀਆਂ ਕੀ ਕੰਪਲਿਕੇਸ਼ਨਸ ਨੇ, ਕੀ ਇੰਪਲੀਕੇਸ਼ਨ ਹੋ ਸਕਦੀਆਂ ਉਹਦੀਆਂ? ਹਾਂਜੀ ਮਨਜੀਤ ਜੀ, ਵੈਰੀ ਵੈਰੀ ਇੰਪੋਰਟੈਂਟ। ਹਾਂਜੀ, ਕਿਉਂਕਿ ਮੇਰੇ ਕੁਝ ਕਲਾਇੰਟਸ ਨੂੰ ਵੀ ਲੈਟਰਸ ਆਈਆਂ। ਠੀਕ ਹੈ ਜੀ। ਐਂਡ CRA ਤੋਂ ਲੈਟਰ ਆ ਗਈ ਤਾਂ ਇਟਸ ਅ ਬਿਗ ਕੁਐਸਚਨ ਮਾਰਕ। ਬਿਗ ਕੁਐਸਚਨ, ਬਿਲਕੁਲ। ਉਹਦਾ ਮੇਰਾ ਆਨਸਰ ਇਹ ਹੈ ਕਿ ਅਗਰ ਉਸ ਲੈਟਰ ਤੇ ਕੋਈ ਰੈਫਰੈਂਸ ਨੰਬਰ ਨਹੀਂ ਹੈ, ਠੀਕ ਹੈ ਜੀ, ਤਾਂ ਡਰਨ ਵਾਲੀ ਕੋਈ ਗੱਲ ਨਹੀਂ। ਠੀਕ ਹੈ। ਬਿਕੋਜ਼ ਇਟ ਕੈਨ ਬੀ ਅ ਰੈਂਡਮ ਕੁਐਸਚਨ। ਹਾਂਜੀ। ਸੋ ਬਟ ਹੋਇਆ ਵੀ ਇਸ ਤਰ੍ਹਾਂ ਹੀ ਹੈ। CRA ਨੇ ਰੈਂਡਮਲੀ ਆਈ ਗੈਸ ਮੋਰ ਦੈਨ 800,000 ਪੀਪਲ ਗੈਟ ਦੋਜ਼ ਲੈਟਰਸ। ਠੀਕ ਹੈ ਜੀ। CRA ਨੇ ਮੈਂਸ਼ਨ ਕੀਤਾ ਹੈ ਲਾਜ਼ ਦੇ ਵਿੱਚ ਜਿਹੜੇ ਈਵਨ ਮੈਟਰਨਿਟੀ ਲੀਵ ਤੋਂ ਬੈਨੀਫਿਟਸ ਹੋਏ ਆ, ਆਈ ਮੀਨ EI ਬੈਨੀਫਿਟਸ ਮਿਲੇ, ਦੇ ਆਰ ਆਲਸੋ ਐਲੀਜੀਬਲ, ਉਹਨਾਂ ਨੂੰ ਵੀ ਇਹ ਲੈਟਰਸ ਮਿਲਣੀਆਂ। ਠੀਕ ਹੈ ਜੀ। ਸੋ ਇਟ ਸੀਮਸ ਲਾਈਕ ਕਿ ਉਹ ਰੈਂਡਮ ਲੈਟਰ ਸੀਗੀਆਂ। ਸੋ ਮੈਨੂੰ ਲੱਗਦਾ ਕਿ ਐਵਰੀਬਡੀ ਸ਼ੁੱਡ ਵੇਟ ਟਿਲ ਫਰਦਰ ਨੋਟਿਸ। ਠੀਕ ਹੈ। ਜਦੋਂ ਉਹਦਾ ਕੋਈ ਨੈਕਸਟ ਉਹ ਫੋਲੋ ਅਪ ਕਰਨਗੇ ਦੈਨ ਜਵਾਬ ਦੇਣ ਦੀ ਲੋੜ ਹੈ। ਈਵਨ ਅਗਰ ਉਹਨਾਂ ਨੇ ਨੋਟਿਸ ਕੀਤਾ ਉਸ ਲੈਟਰ ਦੇ ਵਿੱਚ ਵੀ ਲਿਖਿਆ ਹੋਇਆ ਕਿ ਇਫ ਯੂ ਫੀਲ ਸੋ, ਠੀਕ ਹੈ ਜੀ, ਕਿ ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਐਲੀਜੀਬਲ ਹੈ ਤਾਂ ਤੁਸੀਂ ਇਹ ਮਨੀ ਜਿਹੜੀ ਲਈ ਹੈ ਵਾਪਸ ਕਰ ਦਿਓ। ਇਹ ਤੁਹਾਡੇ ਕੁਐਸਚਨ ਚੋਂ ਅਗਲਾ ਕੁਐਸਚਨ ਨਿਕਲਿਆ ਵਾ ਕਿ ਐਲੀਜੀਬਿਲਟੀ ਟਰਮ ਜਿਹੜੀ ਹੈ ਖਾਸ ਕਰਕੇ ਇਹ ਬੈਨੀਫਿਟਸ ਨੂੰ ਲੈ ਕੇ, ਚਾਹੇ ਉਹ CERB ਸੀ ਜਾਂ ਹੁਣ ਲੇਟੈਸਟ ਜਿਹੜਾ CRB ਹੈ, ਹਾਂਜੀ, ਉਹ ਐਲੀਜੀਬਿਲਟੀ ਐਗਜ਼ੈਕਟਲੀ ਹੈ ਕੀ ਹੈ? ਐਲੀਜੀਬਿਲਟੀ ਗਵਰਨਮੈਂਟ ਨੇ ਮੈਂਸ਼ਨ ਕੀਤਾ ਸੀ ਇਫ ਯੂ ਹੈਵ ਇੰਪਲੋਇਮੈਂਟ ਇਨਕਮ, ਸੈਲਫ ਇੰਪਲੋਇਮੈਂਟ ਇਨਕਮ ਔਰ ਮੈਟਰਨਿਟੀ EI ਬੈਨੀਫਿਟਸ। ਠੀਕ ਹੈ ਜੀ। ਅਗਰ ਤੁਸੀਂ 5,000 ਅਰਨ ਕੀਤੇ ਆ 2019 ਚ ਔਰ 12 ਮੰਥਸ ਫਰੋਮ ਦਾ CERB ਸਟਾਰਟਿੰਗ ਡੇਟ, ਠੀਕ ਹੈ ਜੀ, ਮਾਰਚ ਤੋਂ ਪਿੱਛੇ 12 ਮਹੀਨੇ, ਮਾਰਚ ਤੋਂ ਪਿੱਛੇ, ਹਾਂਜੀ, ਠੀਕ ਹੈ, ਤੇ ਤੁਸੀਂ ਐਲੀਜੀਬਲ ਹੈਗੇ ਆ, ਤੁਸੀਂ ਇਹਨਾਂ ਬੈਨੀਫਿਟਸ ਨੂੰ ਲੈ ਸਕਦੇ ਜੀ। ਹੁਣ ਮੇਰੇ ਕਈ ਕਲਾਇੰਟਸ ਨੂੰ ਲੈਟਰ ਆ ਗਈਆਂ ਜਿਹੜੇ ਮੈਟ ਲੀਵ ਤੇ ਵੀ ਸੀਗੇ, ਦੇ ਹੈਵ EI ਬੈਨੀਫਿਟਸ, ਹਾਂਜੀ, ਬਟ ਸਟਿਲ ਦੇ ਗੋਟ ਦ ਲੈਟਰਸ। ਠੀਕ ਹੈ। ਹੁਣ ਇੱਕ ਪਾਸੇ ਤਾਂ CRA ਕਹਿ ਰਿਹਾ ਕਿ they are eligible, ਦੂਜੇ ਪਾਸੇ ਉਹਨਾਂ ਨੂੰ ਲੈਟਰ ਆ ਗਈ। so that means random letters, these are the random letters। ਠੀਕ ਹੈ ਜੀ। so ਮੈਨੂੰ ਲੱਗਦਾ ਕਿ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਫਰਦਰ ਨੋਟਿਸ। ਅਗਰ ਕੋਈ ਨੈਕਸਟ ਲੈਟਰ ਆਂਦੀ ਵਿਦ ਰੈਫਰੈਂਸ ਨੰਬਰ, ਠੀਕ ਹੈ ਜੀ, then it's matter of considerable, otherwise okay। ਠੀਕ ਹੈ ਜੀ। ਅਗਲਾ ਸਵਾਲ ਜਿਹੜਾ ਵਾ ਜੀ ਉਹ ਵੀ ਐਲੀਜੀਬਿਲਟੀ ਨਾਲ ਰਿਲੇਟਡ ਹੀ ਆ। ਹਾਂਜੀ। ਸਾਡੇ ਕਾਫੀ ਦਰਸ਼ਕ ਹੋਣਗੇ ਜਿਨ੍ਹਾਂ ਨੇ ਬੈਨੀਫਿਟਸ ਜਿਹੜੇ ਨੇ ਕਲੇਮ ਕਰਤੇ ਸੀ, ਚਾਹੇ ਉਹ CERB ਦੇ ਤਹਿਤ ਜਾਂ ਹੁਣ ਜਿਹੜਾ CRB ਸ਼ੁਰੂ ਹੋਇਆ। CRB, ਹਾਂਜੀ, ਹਾਂਜੀ। ਪਰ ਬਾਅਦ ਵਿੱਚ ਹੋ ਸਕਦਾ ਉਹਨਾਂ ਨੂੰ ਇਲਮ ਹੋਇਆ ਹੋਵੇ ਕਿ ਭਾਈ ਮੈਂ ਤੇ ਐਲੀਜੀਬਲ ਹੀ ਨਹੀਂ ਸੀਗਾ, ਹਾਂਜੀ, ਕਿਉਂਕਿ ਜਿਹੜਾ $5,000 ਦੀ ਇੱਕ ਕੰਡੀਸ਼ਨ ਸੀਗੀ ਉਹ ਮੈਂ ਫੁੱਲਫਿਲ ਨਹੀਂ ਕਰਦਾ। ਠੀਕ ਹੈ। ਪਰ ਹੁਣ ਕਲੇਮ ਕਰ ਲਿਆ, ਬੈਨੀਫਿਟ ਲੈ ਲਿਆ, ਹਾਂਜੀ, ਉਹਨਾਂ ਵਾਸਤੇ ਕੀ ਆਪਸ਼ਨ ਆ? ਹੁਣ ਜਿਨ੍ਹਾਂ ਨੇ ਬੈਨੀਫਿਟ ਲਿਆ CRA ਨੇ ਸਾਰਿਆਂ ਨੂੰ ਕਿਹਾ ਵੀ ਆਨਲਾਈਨ ਅਕਾਊਂਟ ਬਣਾਓ। ਠੀਕ ਹੈ ਜੀ। ਸੋ ਕਿਉਂਕਿ ਸਾਰੇ ਬੈਨੀਫਿਟ ਆਨਲਾਈਨ ਅਪਲਾਈ ਹੋ ਰਹੇ ਆ। ਹਾਂਜੀ। ਉਸੇ ਆਨਲਾਈਨ ਅਕਾਊਂਟ ਦੇ ਵਿੱਚ ਉਹਨਾਂ ਨੇ ਇੱਕ ਆਪਸ਼ਨ ਪਾਈ ਹੋਈ ਆ ਪੇ ਬੈਕ ਵਟਐਵਰ ਦਾ ਬੈਨੀਫਿਟਸ, ਜੇ ਤੁਸੀਂ ਡਬਲ ਲੈ ਲੇ, ਕਿਉਂਕਿ ਗਵਰਨਮੈਂਟ ਵੀ ਸਿਸਟਮ ਬਹੁਤ ਜ਼ਿਆਦਾ ਸੈਟਅਪ ਨਹੀਂ ਸੀ, ਨਵਾਂ ਸਿਸਟਮ ਸੀ, ਸਾਰਿਆਂ ਲਈ ਨਵਾਂ ਸੀ। ਸਰਕਾਰ ਨੇ ਕੋਸ਼ਿਸ਼ ਕੀਤੀ ਵੀ ਜਲਦੀ ਤੋਂ ਜਲਦੀ ਹੈਲਪ ਕੀਤੀ ਜਾਵੇ। ਕਈਆਂ ਨੂੰ ਤਾਂ ਡਬਲ ਪੇਮੈਂਟਸ ਆ ਗਈਆਂ, ਉਹ ਗਵਰਨਮੈਂਟ ਵੱਲੋਂ ਹੀ ਆਈਆਂ। ਹਾਂਜੀ। EI ਦੀ ਵੀ ਆ ਗਈ, ਸਰਬ ਦੀ ਵੀ ਆ ਗਈ, ਸਰਬ ਦੀ ਵੀ ਆ ਗਈ। ਹਾਂਜੀ। ਸੋ ਦੈਟਸ ਵਾਈ ਉਹਨਾਂ ਨੇ ਉਸੇ ਸਿਸਟਮ 'ਚ ਇੱਕ ਆਪਸ਼ਨ ਰੱਖੀ ਆ ਕਿ ਤੁਸੀਂ ਆਨਲਾਈਨ ਹੀ ਆਪਣੀ ਮਨੀ, ਜੇ ਤੁਹਾਨੂੰ ਡਬਲ ਆ ਗਈ ਆ ਜਾਂ ਤੁਸੀਂ ਗਲਤੀ ਨਾਲ ਲੈ ਲਈ ਆ, ਤੁਸੀਂ ਉਹ ਵਾਪਸ ਕਰ ਸਕਦੇ। ਕੋਈ ਟਾਈਮ ਪੀਰੀਅਡ ਹੈਗਾ ਜੀ ਕਦੋਂ ਤੱਕ ਵਾਪਸ ਕਰ ਸਕਦੇ ਨੇ? ਸੋ ਸਟਿਲ ਦੇ ਆਰ ਆਸਕਿੰਗ ਕਿ ਜੇ ਤੁਸੀਂ ਲੈ ਲਈ ਹੈਗੀ ਆ ਤਾਂ ਤੁਸੀਂ ਹਾਲੇ ਵੀ ਵਾਪਸ ਕਰ ਸਕਦੇ ਹੋ। ਠੀਕ ਹੈ ਜੀ। ਸੋ ਸਟਿਲ ਇਟਸ ਗੋਇੰਗ ਔਨ। ਸੋ ਬਿਲਕੁਲ ਜੀ, ਅਗਰ ਤੁਸੀਂ ਐਲੀਜੀਬਲ ਨਹੀਂ ਹੈਗੇ ਔਰ ਗਲਤੀ ਨਾਲ ਪੈਸੇ ਲੈ ਲਏ ਨੇ ਤੇ ਤੁਹਾਨੂੰ ਗੁਜ਼ਾਰਿਸ਼ ਆ ਵੀ ਇਹ ਪੈਸੇ ਜਿਹੜੇ ਸਰਕਾਰ ਦੇ ਨੇ ਇਹ ਵਾਪਸ ਕਰ ਦਿੱਤੇ ਜਾਣ। ਅਗਲਾ ਸਵਾਲ ਜਿਹੜਾ ਮੇਰਾ ਹੈਗਾ ਜੀ ਉਹ ਹੈਗਾ ਵਾ ਕਿ ਸਪੋਜ਼ ਸਾਡਾ ਕੋਈ ਫੈਮਿਲੀ ਮੈਂਬਰ ਅਦਰ ਪ੍ਰੋਵਿੰਸ ਤੋਂ ਜਾਂ ਅਦਰ ਕੰਟਰੀ ਤੋਂ ਟਰੈਵਲ ਕਰਕੇ ਸਾਡੇ ਘਰੇ ਆਇਆ ਹੋਇਆ, ਹਾਂਜੀ, ਔਰ ਡੈਫੀਨੇਟਲੀ ਐਜ਼ ਪਰ ਦੀ ਗਵਰਨਮੈਂਟ ਰਿਸਟ੍ਰਿਕਸ਼ਨਸ ਜਾਂ ਗਾਈਡਲਾਈਨਸ ਉਹਨਾਂ ਨੂੰ 14 ਦਿਨ ਦਾ ਆਈਸੋਲੇਸ਼ਨ ਕਰਨਾ ਪੈਣਾ, ਕੁਆਰੰਟਾਈਨ ਕਰਨਾ ਪੈਣਾ। ਬਿਲਕੁਲ ਕਰਨਾ ਪਏਗਾ। ਹਾਂਜੀ। ਕੀ ਉਹ ਇਹ ਜਿਹੜਾ ਬੈਨੀਫਿਟ ਹੈਗਾ ਵਾ, ਹਾਂਜੀ, ਸਿਕਨੈਸ ਬੈਨੀਫਿਟ, ਉਹ ਲੈ ਸਕਦੇ ਨੇ? ਉਹ ਲੈ ਸਕਦੇ ਆ, ਉਹ 100% ਲੈ ਸਕਦੇ ਆ। ਠੀਕ ਹੈ। ਦਿਸ ਇਜ਼ ਮੈਂਸ਼ਨਡ CRB ਸਿਕਨੈਸ ਪਾਰਟ, ਗਵਰਨਮੈਂਟ ਦੇ। ਅਗਰ ਤੁਸੀਂ ਕੈਨੇਡਾ ਰੈਵਨਿਊ ਦੀ ਵੈਬਸਾਈਟ ਤੇ ਜਾਂਦੇ ਹੋ ਤੇ ਦ ਸੇਮ ਪਾਰਟ CRB ਦੇ ਸਿਕਨੈਸ ਪਾਰਟ, ਅਗਰ ਤੁਸੀਂ ਉਹਨੂੰ ਫੈਕਟ ਚ ਜਾਂਦੇ ਹੋ, ਫ੍ਰੀਕੁਐਂਟਲੀ ਆਸਕਡ ਕੁਐਸਚਨਸ, ਸੋ ਦੇ ਮੈਂਸ਼ਨਡ ਓਵਰ देयर, ਸੋ ਉੱਥੇ ਲਿਖਿਆ ਵੀ ਹੂ ਕੈਨ ਅਪਲਾਈ। ਯਾ
So क्योंकि this is ordered by or instructed by medical professionalist. Yeah, Government of Canada. Government of Canada. So because ਅਸੀਂ ਆਪਣੀ ਚੋਇਸ ਨਾਲ ਨਹੀਂ ਬੈਠੇ ਨਾ, ਬਿਲਕੁਲ, ਸੋ ਉਹ ਐਲੀਜੀਬਲ ਹੈਗੇ ਆ। ਇੱਕ ਹੋਰ ਇਹਦੇ ਨਾਲ ਰਿਲੇਟਡ ਕੁਐਸਚਨ ਆ ਵੀ ਕਈ ਵਾਰੀ ਹੁੰਦਾ ਵੀ ਮੈਨੂੰ ਜਸਟ ਇਨਫੋਰਮੇਸ਼ਨ ਮਿਲਦੀ ਹੈ ਵੀ ਮੈਂ ਕਿਸੇ ਦੇ ਕੰਟੈਕਟ ਵਿੱਚ ਆ ਗਿਆ ਸੀ ਜਿਹਨੂੰ ਕੋਵਿਡ ਸੀ, ਹਾਂਜੀ, ਪਰ ਮੈਂ ਉਹਦੇ ਵਾਸਤੇ ਟੈਸਟਿੰਗ ਕਰਨ ਲਈ ਗਿਆ, ਔਰ ਹੋ ਸਕਦਾ ਮੇਰਾ ਰਿਜ਼ਲਟ 3-4 ਦਿਨਾਂ ਵਿੱਚ ਆ ਜਾਏ, ਪਰ ਕੀ ਮੈਂ ਬੈਨੀਫਿਟ ਉਹ 3-4 ਦਿਨਾਂ ਦੇ ਸਮੇਂ ਵਾਸਤੇ ਲਵਾਂਗਾ ਜਾਂ ਪੂਰਾ ਹਫਤਾ ਬੈਨੀਫਿਟ ਮੈਨੂੰ ਮਿਲੂਗਾ? ਇਟਸ ਵੈਰੀ ਗੁੱਡ ਕੁਐਸਚਨ, ਬਹੁਤ ਕਨਫਿਊਜ਼ਿੰਗ ਵੀ ਹੈਗਾ। ਹਾਂਜੀ, ਸੋ ਜਿਹੜੇ ਬੈਨੀਫਿਟਸ ਆ ਉਹ ਵੀਕਲੀ ਹੈ। ਠੀਕ ਹੈ ਜੀ। ਸੋ ਈਵਨ ਸੀਆਰਏ ਨੇ ਇਹ ਵੀ ਬਹੁਤ ਕਲੀਅਰਲੀ ਮੈਂਸ਼ਨ ਕੀਤਾ ਹੈ ਕਿ ਤੁਸੀਂ ਅਗਰ ਚਾਹੇ 3-4 ਦਿਨ ਲਈ ਹੀ ਤੁਸੀਂ ਕੁਆਰੰਟਾਈਨ, ਲਾਈਕ ਨੋਟ ਵੇਟਿੰਗ ਫॉर द ਰਿਜ਼ਲਟ ਔਰ ਸਮਹਾਉ, ਤਾਂ ਤੁਸੀਂ ਉਹ ਬੈਨੀਫਿਟ ਵੀਕਲੀ ਅਪਲਾਈ ਕਰ ਸਕਦੇ, ਲੈ ਸਕਦੇ। ਯੈਸ, ਠੀਕ ਹੈ, ਬਿਕੋਜ਼ ਉਹ ਸਿਸਟਮ 'ਚ ਹੀ ਨਹੀਂ ਹੈਗਾ। ਸੋ ਐਟਲੀਸਟ ਜਿੰਨੇ ਵੀ ਬੈਨੀਫਿਟ ਉਹ ਵੀਕਲੀ ਜਾਣਗੇ। ਸੋ ਉਹਦੇ 'ਚ ਅਸੀਂ ਕੁਝ ਕਰ ਨਹੀਂ ਸਕਦੇ। ਬਿਲਕੁਲ। ਸੋ ਇਸ ਕਰਕੇ ਉਹ ਵੀਕਲੀ ਹੀ ਅਮਾਊਂਟ ਮਿਲੇਗਾ। ਠੀਕ ਹੈ ਜੀ। ਇੱਕ ਸਾਡੇ ਦਰਸ਼ਕ ਦਾ ਸਪੈਸ਼ਲ ਸਵਾਲ ਆਇਆ ਸੀਗਾ ਜੀ ਕਿ ਉਹ ਕਹਿੰਦੇ ਵੀ ਮੇਰੀ ਸਪੋਜ਼ ਇੰਡੀਆ ਦੇ ਵਿੱਚ ਇਨਕਮ ਆ, ਹਾਂਜੀ, ਔਰ ਮੈਂ ਉਹਦਾ ਇਨਕਮ ਟੈਕਸ ਇੰਡੀਆ ਦੇ ਵਿੱਚ ਪੇ ਕਰ ਚੁੱਕਿਆ, ਹਾਂਜੀ, ਠੀਕ ਹੈ, ਕੀ ਉਸ ਨੂੰ ਕੈਨੇਡਾ ਇਨਕਮ ਟੈਕਸ ਸਿਸਟਮ ਦੇ ਵਿੱਚ ਇਹਦਾ ਕੋਈ ਬੈਨੀਫਿਟ ਮਿਲ ਸਕਦਾ ਜੀ? ਬਿਲਕੁਲ ਮਿਲੇਗਾ। ਤੁਸੀਂ ਜਿਸ ਕੰਟਰੀ 'ਚ ਵੀ ਟੈਕਸ ਰਿਟਰਨ ਫਾਈਲ ਕਰਦੇ ਹੋ, ਟੈਕਸ ਪੇ ਕਰਦੇ ਹੋ, ਸੋ ਕੈਨੇਡੀਅਨ ਗਵਰਨਮੈਂਟ ਗਿਵ ਅਸ ਫੋਰਨ ਟੈਕਸ ਕ੍ਰੈਡਿਟ। ਠੀਕ ਹੈ ਜੀ। ਸੋ ਉਹ ਜਦੋਂ ਵੀ ਆਪਣੀ ਕੈਨੇਡੀਅਨ ਟੈਕਸ ਰਿਟਰਨ ਫਾਈਲ ਕਰਨਗੇ, ਇੰਡੀਆ ਦੀ ਇਨਕਮ ਵੀ ਦੱਸਣਗੇ, ਇੰਡੀਆ ਦੀ ਲਾਈਕ ਟੈਕਸ ਰਿਟਰਨ ਅਗਰ ਦੇ ਦਿੰਦੇ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਉੱਥੋਂ ਅਮਾਊਂਟਸ ਜ਼ਿਆਦਾ ਕਲੀਅਰ ਹੋ ਜਾਂਦੇ ਆ। ਠੀਕ ਹੈ ਜੀ। ਸੋ ਇੰਡੀਆ ਦਾ ਜਿਹੜਾ ਟੈਕਸ ਹੈ ਉਹ ਇੱਥੇ ਕ੍ਰੈਡਿਟ ਮਿਲ ਜਾਏਗਾ। ਠੀਕ ਹੈ ਜੀ। ਇੱਕ ਸਵਾਲ ਜੀ ਇੰਟਰਨੈਸ਼ਨਲ ਸਟੂਡੈਂਟਸ ਨਾਲ ਸੰਬੰਧਿਤ ਆ। ਹਾਂਜੀ। ਇੰਟਰਨੈਸ਼ਨਲ ਸਟੂਡੈਂਟ ਜਾਣਨਾ ਚਾਹੁੰਦੇ ਨੇ ਕਿ ਜਦੋਂ ਉਹਨਾਂ ਨੇ ਟੈਕਸ ਫਾਈਲ ਕਰਨਾ, ਹਾਂਜੀ, ਔਰ ਜਿਹੜੀ ਉਹਨਾਂ ਨੇ ਆਲਰੇਡੀ ਟਿਊਸ਼ਨ ਫੀ ਪੇ ਕੀਤੀ ਹੋਈ ਹੈ, ਕੀ ਉਹਨਾਂ ਨੂੰ ਕੋਈ ਇਹਦਾ ਟੈਕਸ ਕ੍ਰੈਡਿਟ ਮਿਲ ਸਕਦਾ ਜੀ? ਹਾਂਜੀ ਮਨਜੀਤ ਜੀ, ਬਹੁਤ ਇਟਸ ਅ ਵੈਰੀ ਰੈਲੇਵੈਂਟ ਕੁਐਸਚਨ। ਦ ਰੀਜ਼ਨ, ਕਈ ਵਾਰ ਬੱਚੇ ਨਵੇਂ ਆਏ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਸਪੈਸ਼ਲੀ ਇੰਡੀਆ 'ਚ ਤਾਂ ਟ੍ਰੈਂਡ ਨਹੀਂ ਹੈਗਾ ਇਨਕਮ ਟੈਕਸਿਸ ਦਾ ਨਾ। ਬਿਲਕੁਲ। ਤੇ ਉਹਨਾਂ ਨੂੰ ਫਸਟ ਆਫ ਆਲ ਰਿਟਰਨ ਜ਼ਰੂਰ ਫਾਈਲ ਕਰਨੀ ਚਾਹੀਦੀ ਆ। ਦੇ ਹੈਵ ਸੇਮ ਰਾਈਟਸ ਆਫ ਟੈਕਸ ਕ੍ਰੈਡਿਟਸ ਐਂਡ ਡਿਡਕਸ਼ਨਸ, ਇਟਸ ਆਲ ਸੇਮ ਐਕਸੈਪਟ ਦਾ ਸੋਸ਼ਲ ਇੰਸ਼ੋਰੈਂਸ ਨੰਬਰ। ਠੀਕ ਹੈ ਜੀ। ਉਹਨਾਂ ਦਾ ਸੋਸ਼ਲ ਇੰਸ਼ੋਰੈਂਸ ਨੰਬਰ ਟੈਂਪਰੇਰੀ ਹੁੰਦਾ ਹੈ। ਹਾਂਜੀ। ਬਾਕੀ ਉਹਨਾਂ ਨੂੰ ਸਾਰੀਆਂ ਉਹੀ ਫੈਸਿਲਿਟੀਜ਼ ਆ, ਉਹੀ ਟੈਕਸ ਕ੍ਰੈਡਿਟਸ, ਉਹੀ ਡਿਡਕਸ਼ਨਸ ਜੋ ਇੱਕ ਨਾਰਮਲ ਸਟੂਡੈਂਟ ਨੂੰ ਮਿਲਦਾ ਆ, ਸਾਰਾ ਕੁਝ ਮਿਲੇਗਾ। ਜਿਸ ਸਾਲ 'ਚ ਉਹ ਆਏ ਹੈਗੇ ਆ, ਅਰਨਿੰਗ ਕੀਤੀ ਹੈ ਨਹੀਂ ਕੀਤੀ ਹੈ, ਬਟ ਦੇ ਮਸਟ ਫਾਈਲ ਟੈਕਸ ਰਿਟਰਨ। ਠੀਕ ਹੈ ਜੀ। ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਟਿਊਸ਼ਨ ਦੇ ਕ੍ਰੈਡਿਟਸ ਹੈਗੇ ਆ ਉਹ ਉਦੋਂ ਹੀ ਯੂਜ਼ ਹੋਣੇ ਜਦੋਂ ਉਹਨਾਂ ਨੇ ਅਰਨਿੰਗ ਕਰਨੀ ਸ਼ੁਰੂ ਕਰਨੀ ਹੈ। ਠੀਕ ਹੈ ਜੀ। ਪਰ ਪਿਛਲੇ ਜਦੋਂ ਨਹੀਂ ਅਰਨ ਕਰ ਰਹੇ, ਜਸਟ ਸਟੂਡੈਂਟ ਹੈਗੇ ਆ, ਉਹਨਾਂ ਦੇ ਕ੍ਰੈਡਿਟਸ ਐਡ ਹੁੰਦੇ ਜਾਣਗੇ ਹਰ ਸਾਲ। ਠੀਕ ਹੈ ਜੀ। ਜਿਸ ਸਾਲ ਉਹ ਕੰਮ ਕਰਨਗੇ ਉਸ ਸਾਲ ਉਹਨਾਂ ਨੂੰ ਕ੍ਰੈਡਿਟ ਮਿਲਣੇ ਸ਼ੁਰੂ ਹੋ ਜਾਣਗੇ। ਸੋ ਇਸ ਕਰਕੇ ਰਿਟਰਨ ਜ਼ਰੂਰ ਫਾਈਲ ਕਰਨ, ਔਰ ਵੈਸੇ ਵੀ ਜ਼ਰੂਰੀ ਹੈ ਉਹਨਾਂ ਵਾਸਤੇ ਵੀ। ਡੈਫੀਨਿਟਲੀ। ਯਾ, ਬਿਕੋਜ਼ ਤੁਹਾਡਾ ਇੱਕ ਰੈਕਡ ਬਣਦਾ ਵਾ ਗਵਰਨਮੈਂਟ ਦੇ ਨਾਲ, ਰੈਕਡ ਵੀ ਹੈ, ਡੇਟ ਆਫ ਐਂਟਰੀ ਚਾਹੀਦੀ ਹੁੰਦੀ ਹੈ, ਔਰ ਜਦ ਤੱਕ ਉਹ ਰਿਟਰਨ ਨਹੀਂ ਫਾਈਲ ਕਰਨਗੇ ਗਵਰਨਮੈਂਟ ਕੋਲ ਇਨਫੋਰਮੇਸ਼ਨ ਨਹੀਂ। ਬਿਲਕੁਲ। ਸੋ ਇਸ ਕਰਕੇ ਇਟਸ ਮੈਂਡੇਟਰੀ। ਠੀਕ ਹੈ ਜੀ। ਤੇ ਜਿਹੜਾ ਅਗਲਾ ਸਵਾਲ ਹੈ ਜੀ, ਉਹ ਮੇਰੇ ਇੱਕ ਖਾਸ ਅਜੀਜ਼ ਦੋਸਤ ਦਾ ਵਾ। ਹਾਂਜੀ। ਉਹਨਾਂ ਵੱਲੋਂ ਵਿਸ਼ੇਸ਼ ਇਹ ਸਵਾਲ ਭੇਜਿਆ ਗਿਆ ਕਿ ਇਹ ਜ਼ਰੂਰ ਪੁੱਛਿਓ ਜੀ ਮਮਤਾ ਜੀ ਨੂੰ ਕਿ ਮੇਰਾ ਬੱਚਾ ਜਿਹੜਾ ਵਾ ਉਸ ਨੂੰ ਮੈਂ ਸਕੂਲ ਨਹੀਂ ਭੇਜਣਾ ਚਾਹੁੰਦਾ ਇਸ ਨਾਜ਼ੁਕ ਹਾਲਾਤ ਦੇ ਵਿੱਚ। ਬਹੁਤ ਸਾਰੇ ਪੇਰੈਂਟਸ। ਹਾਂਜੀ। ਮੈਂ ਸੇਫ ਨਹੀਂ ਫੀਲ ਕਰਦਾ, ਔਰ ਕੀ ਉਸ ਬੱਚੇ ਦੀ ਟੇਕ ਕੇਅਰ ਕਰਨ ਵਾਸਤੇ ਘਰੇ ਮੈਂ ਜਿਹੜਾ ਬੈਨੀਫਿਟ ਹੈਗਾ CRB ਦੇ ਅੰਡਰ ਕੇਅਰ ਗਿਵਿੰਗ ਬੈਨੀਫਿਟ, ਉਹ ਮੈਂ ਅਪਲਾਈ ਕਰ ਸਕਦਾ? ਐਲੀਜੀਬਲ ਹੈਗਾ ਮੈਂ ਉਹਦੇ ਵਾਸਤੇ? ਬਿਲਕੁਲ ਨਹੀਂ ਹੈਗੇ। ਅੱਛਾ ਜੀ। ਕਿਉਂਕਿ ਸਕੂਲ ਓਪਨ ਹੈਗੇ ਆ। ਹਾਂਜੀ। ਸਕੂਲ ਬੰਦ ਹੋਏ ਆ ਗ੍ਰੇਡ 7 to 12। ਠੀਕ ਹੈ ਜੀ। ਪਰ ਗ੍ਰੇਡ 1 to 6 ਸਕੂਲਸ ਆਰ ਓਪਨ। ਹਾਂਜੀ। ਦੈਟਸ ਯੂਅਰ ਚੋਇਸ। ਯੈਸ, ਜੇ ਇੰਸਟੀਟਿਊਸ਼ਨ ਤੋਂ ਇੰਸਟਰਕਸ਼ਨ ਆ ਗਈ ਕਿ ਤੁਸੀਂ ਇਹ ਬੱਚੇ ਨੇ ਕੁਆਰੰਟਾਈਨ ਕਰਨਾ ਹੈ, ਹਾਂ, ਵੀ ਉਸ ਬੱਚੇ ਦੀ ਕਲਾਸ ਦੇ ਵਿੱਚੋਂ ਕਿਸੇ ਨੂੰ ਕੋਈ, ਹਾਂਜੀ, ਕੋਈ ਪ੍ਰੋਬਲਮ ਹੋ ਗਈ ਆ, ਕੋਈ ਪੋਜ਼ਿਟਿਵ ਕੇਸ ਹੈ, ਤੇ ਉਹ ਪਾਰਟਿਕੂਲਰ ਕਲਾਸ ਨੂੰ ਹੀ ਉਹ ਆਈਸੋਲੇਟ ਕਰ ਦਿੰਦੇ ਆ। ਇਨ ਦੈਟ ਕੇਸ ਯੂ ਆਰ ਐਲੀਜੀਬਲ। ਬਟ ਜੇ ਤੁਸੀਂ ਚੋਇਸ ਨਾਲ ਆਨਲਾਈਨ ਸਕੂਲਿੰਗ ਲੈ ਰਹੇ ਹੋ, ਚੋਇਸ ਨਾਲ ਤੁਸੀਂ ਘਰ ਬੈਠੇ ਆ, ਦੈਨ ਗਵਰਨਮੈਂਟ ਨਾਟ ਰਿਸਪੌਂਸਿਬਲ। ਠੀਕ ਹੈ ਜੀ। ਫਿਰ ਤੁਸੀਂ ਕੋਈ ਉਹ ਬੈਨੀਫਿਟ ਨਹੀਂ ਲੈ ਸਕਦੇ। ਤੇ ਜੇ ਕਿਸੇ ਨੇ ਬੈਨੀਫਿਟ ਲੈ ਲਏ ਹੋਣ ਜੀ, ਫਿਰ ਵਾਪਸ ਕਰ ਦੋ। ਵਾਪਸ ਕਰਨੇ ਪੈਣਗੇ। ਬਿਲਕੁਲ ਵਾਪਸ ਕਰਨੇ ਪੈਣਗੇ। ਠੀਕ ਹੈ ਜੀ। ਸੋ ਇਸੇ ਕਰਕੇ ਆਪਾਂ ਪਹਿਲਾਂ ਹੀ ਥੋੜੀ ਦੇਰ ਪਹਿਲਾਂ ਹੀ ਡਿਸਕਸ ਕੀਤਾ ਹੈ ਨਾ
ਕਿ ਉਹਨਾਂ ਨੇ ਨਾਲ ਹੀ ਡਿਪੋਜ਼ਿਟ ਤੇ ਨਾਲ ਹੀ ਵਿਡਰਾਲ। ਬਿਲਕੁਲ ਸਹੀ ਗੱਲ ਹੈ ਜੀ। ਦੇ ਆਰ ਡੂਇੰਗ ਬੈਂਕਿੰਗ ਕਾਈਂਡ ਆਫ ਡੈਬਿਟ ਕਾਰਡ ਨਾਲ ਹੀ ਚੱਲ ਰਿਹਾ ਹੈ। ਠੀਕ ਹੈ ਜੀ, ਠੀਕ ਹੈ। ਅਗਰ ਤੁਸੀਂ ਬੈਨੀਫਿਟ ਗਲਤੀ ਨਾਲ ਲੈ ਲਿਆ ਤਾਂ ਤੁਸੀਂ ਉਹਨੂੰ ਰਾਈਟ ਵੇ ਵਾਪਸ ਕਰ ਸਕਦੇ ਹੋ। ਠੀਕ ਹੈ ਜੀ। ਮਮਤਾ ਜੀ, ਟੈਕਸੇਸ਼ਨ ਨਾਲ ਸੰਬੰਧਿਤ ਸਵਾਲ ਅਜੇ ਹੋਰ ਵੀ ਬਹੁਤ ਨੇ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਨੂੰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇੱਥੇ ਹੀ ਸਮੇਟਣਾ ਪਵੇਗਾ, ਔਰ ਅਸੀਂ ਗੁਜ਼ਾਰਿਸ਼ ਕਰਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਸਵਾਲ ਨੇ ਸਾਡੇ ਦਰਸ਼ਕਾਂ ਦੇ ਟੈਕਸੇਸ਼ਨ ਐਂਡ ਅਕਾਊਂਟਿੰਗ ਨੂੰ ਲੈ ਕੇ, ਖਾਸ ਕਰਕੇ ਅਸੀਂ ਬਿਜ਼ਨਸ ਨੂੰ ਫੋਕਸ ਕਰਾਂਗੇ ਨੈਕਸਟ ਐਪੀਸੋਡ ਦੇ ਵਿੱਚ। ਤੇ ਦੁਬਾਰਾ ਤੁਸੀਂ ਆਇਓ ਤੇ ਸਾਡੇ ਦਰਸ਼ਕਾਂ ਦੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਦਿਓ। ਆਈ ਵਿਲ ਹੈਪੀ ਟੂ ਹੈਲਪ। ਸੋ ਅਗਰ ਕਿਸੇ ਦਾ ਕੋਈ ਕੁਐਸਚਨ ਹੈ, ਮਿਸਟਰ ਮਨਜੀਤ ਨੂੰ ਈਮੇਲ ਕਰ ਸਕਦੇ ਆ, ਮੈਨੂੰ ਕਰ ਸਕਦੇ ਆ। ਤੁਸੀਂ ਆਪਣਾ ਫੋਨ ਨੰਬਰ ਪਲੀਜ਼ ਨਾਲ ਐਡ ਕਰ ਦਿਓ। ਹਾਂਜੀ, ਸੋ ਮੇਰੇ ਆਫਿਸ ਦਾ ਨੰਬਰ ਹੈਗਾ 7804620919 ਔਰ ਯੂ ਕੈਨ ਈਮੇਲ ਮੀ ਐਟ mamta@ek3han.com ਐਨੀਟਾਈਮ। ਮਮਤਾ ਜੀ, ਵਾਕਈ ਇਹ ਜਿਹੜਾ ਇਨਫੋਰਮੇਸ਼ਨ ਦਾ ਸੈਸ਼ਨ ਸੀਗਾ ਬੜਾ ਮਹੱਤਵਪੂਰਨ ਸੀ ਔਰ ਅਹਿਮ ਸੀ, ਤੇ ਮੈਂ ਆਪ ਜੀ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਜੀ। ਤੁਸੀਂ ਸਮਾਂ ਕੱਢਿਆ ਔਰ ਸਾਡੇ ਸਟੂਡੀਓ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਇੰਨੀ ਇੰਪੋਰਟੈਂਟ ਜਾਣਕਾਰੀ ਦੀ ਸਾਂਝ ਪਾਈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਮਨਜੀਤ ਜੀ। ਸੋ ਇਹ ਸਨ ਮਮਤਾ ਤ੍ਰਿਹਨ ਜੀ, ਜਿਨ੍ਹਾਂ ਨੇ ਸਾਡੇ ਟੈਕਸੇਸ਼ਨ ਐਂਡ ਅਕਾਊਂਟਿੰਗ ਨਾਲ ਰਿਲੇਟਡ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ। ਆਸ ਕਰਦੇ ਹਾਂ ਕਿ ਸਾਰੀ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੂੰ ਬੁਲਾ ਕੇ ਅਸੀਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫਿਰਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।